ਬੀਬੀਸੀ ਤੇ ਇਨਕਮ ਟੈਕਸ ਦੀ ਛਾਪੇਮਾਰੀ ਹੁਣ ਕਹਿੰਦੇ ਸਰਵੇ ਬਣ ਗਈ, ਪਰ ਇਸ ਦੀ ਹੁਣ ਖਬਰ ਦੀ ਕੌਮਾਂਤਰੀ ਪੱਧਰ ਤੇ ਚਰਚਾ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਅਮਿਤ ਸ਼ਾਹ ਨੇ ਇਸ ਤੋਂ ਪਹਿਲਾਂ ਬੀਬੀਸੀ ਤੇ ਬਿਆਨ ਦਿੱਤਾ ਸੀ ਤੇ ਉਸ ਤੋਂ ਥੋੜੇ ਸਮੇਂ ਬਾਅਦ ਹੀ ਛਾਪੇਮਾਰੀ ਸ਼ੁਰੂ ਹੋ ਗਈ ਜੀ। ਪ੍ਰਵੀਨ ਜੀ, ਬੀਬੀਸੀ ਦਾ ਜੋ ਰੁਤਬਾ ਦੁਨੀਆ ਭਰ ਦੇ ਵਿੱਚ ਹੈ, ਉਸ ਰੁਤਬੇ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਜੇਕਰ ਇਸ ਛਾਪੇਮਾਰੀ ਨੂੰ ਸਮਝਣਾ ਹੋਵੇ ਤਾਂ ਸਮਝ ਲਓ ਇਹ ਆਖਰੀ ਕਿੱਲ ਠੋਕ ਲਈ ਭਾਜਪਾ ਨੇ ਆਪਣੇ ਘਟੀਆਪਣ ਦੇ ਕੰਮਾਂ 'ਚ ਜੀ। ਸੋ ਅੱਜ ਦੁਨੀਆ ਭਰ 'ਚ ਜੋ ਫਜੀਅਤ, ਜੋ ਬਦਨਾਮੀ ਸਰਕਾਰ ਦੀ ਹੋ ਰਹੀ ਹੈ ਜਾਂ IT ਦੀ ਹੋ ਰਹੀ ਹੈ, ਇਨਕਮ ਟੈਕਸ ਵਿਭਾਗ ਦੀ ਹੋ ਰਹੀ ਹੈ, ਮੇਰਾ ਖਿਆਲ ਏਦਾਂ ਪਹਿਲਾਂ ਕਦੇ ਨਹੀਂ ਹੋਇਆ। ਇਹ ਲਗਾਤਾਰ ਚਰਚਾ ਦਾ ਵਿਸ਼ਾ ਰਿਹਾ ਕਿ ਕੇਂਦਰ ਸਰਕਾਰ ਜਦ ਤੋਂ ਖਾਸ ਕਰ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ ਤਦ ਤੋਂ ਉਵੇਂ ਹੈ ਜਿਵੇਂ ਇੰਦਰਾ ਦੇ ਸਮੇਂ ਕਿਸੇ ਸਮੇਂ ਐਮਰਜੈਂਸੀ ਲੱਗੀ ਸੀ ਜੀ, ਉਸੇ ਤਰ੍ਹਾਂ ਦੇ ਦੌਰ ਵੱਲ ਨੂੰ ਵੱਧ ਰਹੇ ਨੇ ਕਿ ਦੇਖੋ ਜੀ, ਮਤਲਬ ਕਿ ਤੁਸੀਂ ਮੀਡੀਆ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਤੁਸੀਂ ਅਖਬਾਰਾਂ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਫਿਰ ਤੁਸੀਂ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਖੇਤਰੀ ਮੀਡੀਆ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ। ਸੋ ਅਜਿਹੀਆਂ ਖਬਰਾਂ ਹਮੇਸ਼ਾ ਨਸਰ ਹੁੰਦੀਆਂ ਰਹੀਆਂ ਪਰ ਚਰਚਾ ਹੁੰਦੀ ਰਹੀ। ਪਰ ਇਹ ਹੁਣ ਮਤਲਬ ਕਿ ਸਿਰਾ ਸੀਗਾ ਕਿ ਜਦੋਂ ਤੁਸੀਂ ਇਨਕਮ ਟੈਕਸ ਦੀ ਟੀਮ ਨੂੰ ਉੱਥੇ ਭੇਜਿਆ, ਇਹ ਇਨਕਮ ਟੈਕਸ ਦੀ ਰੇਟ ਨਹੀਂ ਸੀ, ਇਹ ਭਾਜਪਾ ਦੀ ਰੇਟ ਸੀ ਪ੍ਰਵੀਨ ਜੀ, ਭਾਰਤੀ ਜਨਤਾ ਪਾਰਟੀ ਦੀ ਰੇਟ ਸੀ, ਉਹਨਾਂ ਵੱਲੋਂ ਮਾਰੀ ਗਈ ਛਾਪੇਮਾਰੀ ਸੀ। ਔਰ ਤੁਸੀਂ ਕਮਾਲ ਦੇਖੋ ਕਿ ਇਨਕਮ ਟੈਕਸ ਵਿਭਾਗ ਦਾ ਇਹ ਮਤਲਬ ਕਿ ਇਹ ਨਾਮ ਦਿੱਤਾ ਹੋਇਆ ਕਿ ਸਰਵੇ ਸੀ, ਤੇ ਉਹ ਸਰਵੇ ਨੂੰ ਫਿਰ ਅਖਬਾਰੀ ਨਿਊਜ਼ ਏਜੰਸੀਆਂ ਨੇ ਸ਼ਬਦ ਬਣਾ ਕੇ ਭੇਜਿਆ ਤੇ ਉਸੇ ਤਰ੍ਹਾਂ ਅਖਬਾਰਾਂ ਨੇ ਛਾਪਿਆ। ਬੇਸ਼ੱਕ ਪੰਜਾਬ ਦੀਆਂ ਪੰਜਾਬੀ ਅਖਬਾਰਾਂ ਨੇ ਕੁਝ ਨੇ ਇਸ ਨੂੰ ਛਾਪੇਮਾਰੀ ਲਿਖਿਆ ਜੀ, ਪਰ ਜ਼ਿਆਦਾਤਰ ਦੂਜੇ ਥਾਵਾਂ ਤੇ ਮੈਂ ਦੇਖ ਰਿਹਾ ਸਰਵੇ ਲਿਖਿਆ ਜਾ ਰਿਹਾ। ਸੋ ਇਸ ਲਈ ਇੱਥੋਂ ਹਿਸਾਬ ਲਾ ਲਓ ਕਿ ਇਹ ਸ਼ਬਦ ਵੀ ਬਦਲ ਕੇ ਮਤਲਬ ਐ ਪੇਸ਼ ਕੀਤਾ ਜਾਂਦਾ। ਪਰ ਜਿੱਥੋਂ ਤੱਕ ਬੀਬੀਸੀ ਦਾ ਸਵਾਲ ਹੈ, ਬੀਬੀਸੀ ਦਾ ਇੱਕ ਮਤਲਬ ਕਿ ਲੋਕਾਂ ਦੇ ਮਨਾਂ 'ਚ ਛਾਪ ਬਣੀ ਹੋਈ ਹੈ, ਇੱਕ ਉਹਦੀ ਦਿੱਖ ਹੈ, ਤੇ ਉਹ ਜਿਹੜਾ ਇਹ ਛਾਪੇਮਾਰੀ ਦਾ ਆਧਾਰ ਬਣਿਆ ਜੀ, ਉਹ ਸਭ ਨੂੰ ਲੱਗਦਾ ਹੈ ਕਿ ਇਹ ਆਧਾਰ ਜਿਹੜੀ ਮੋਦੀ ਵਾਲੀ ਡਾਕੂਮੈਂਟਰੀ ਹੈ ਉਹਨੂੰ ਲੈ ਕੇ ਬਣਿਆ। ਪਰ ਇਹ ਡਾਕੂਮੈਂਟਰੀ ਤਾਂ ਦੂਏ ਨੰਬਰ ਤੇ ਆਈ ਹੈ ਪ੍ਰਵੀਨ ਜੀ। ਉਹ ਤੋਂ ਪਹਿਲਾ ਆਧਾਰ ਕਿਸਾਨ ਅੰਦੋਲਨ ਜੀ, ਉਸ ਕਿਸਾਨ ਅੰਦੋਲਨ 'ਚ ਬੀਬੀਸੀ ਨੇ ਜਿਹੋ ਜਿਹੀ ਭੂਮਿਕਾ ਨਿਭਾਈ ਸੀ, ਉਹ ਤੋਂ ਮੋਦੀ ਸਰਕਾਰ ਬਹੁਤ ਔਖੀ ਸੀ ਉਸ ਸਮੇਂ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਰੇ ਵਾਲੇ ਚੈਨਲ, ਜੇ ਹਰਿਆਣੇ ਦਾ ਕੋਈ ਚੈਨਲ ਤਾਂ ਉਹਨੂੰ ਹਰਿਆਣਵੀ ਦੇਖ ਲੈਣਗੇ, ਪੰਜਾਬ ਵਾਲੇ ਚੈਨਲ ਨੇ ਉਹਨੂੰ ਪੰਜਾਬੀ ਦੇਖ ਲੈਣਗੇ, ਚਾਹੇ ਉਹ ਦੁਨੀਆ 'ਚ ਕਿਤੇ ਹੀ ਬੈਠੇ ਨੇ ਨਾ। ਪਰ ਬੀਬੀਸੀ ਜੇ ਪੰਜਾਬੀ 'ਚ ਹੈ ਤਾਂ ਪੰਜਾਬੀ 'ਚ ਵੀ ਦੇਖਿਆ ਜਾ ਰਿਹਾ, ਹਿੰਦੀ 'ਚ ਹੈ ਤਾਂ ਹਿੰਦੀ 'ਚ ਵੀ ਦੇਖਿਆ ਜਾ ਰਿਹਾ, ਬਾਹਰਲੇ ਮੁਲਕਾਂ 'ਚ 40 ਭਾਸ਼ਾਵਾਂ 'ਚ ਤਾਂ ਕੰਮ ਕਰ ਰਹੇ ਇਸ ਸਮੇਂ ਜੀ। ਸੋ ਉਹ ਇਸ ਲਈ ਉਹਨਾਂ ਨੂੰ ਲੱਗਦਾ ਕਿ ਉਹਨਾਂ ਸਾਰਿਆਂ ਨਾਲ ਸਾਡੀ ਗੱਲ ਗਈ। ਸੋ ਇਹ ਔਖੇ ਉਸ ਦਿਨ ਤੋਂ ਸੀ, ਪਰ ਆ ਰਹਿੰਦੀ ਖੁੰਦੀ ਕਸਰ ਇਸ ਡਾਕੂਮੈਂਟਰੀ ਨੇ ਕੱਢੀ ਕਿ ਤੋਂ ਇਹ ਤਿਲਮਿਲਾ ਗਏ, ਫਿਰ ਇਹ ਘਬਰਾ ਗਏ ਕਿ ਇਹ ਕੀ ਹੋ ਗਿਆ। ਤੁਸੀਂ ਇਹ ਦੇਖੋ ਪ੍ਰਵੀਨ ਜੀ ਕਿ ਇਹਨਾਂ ਨੇ ਜਿਹੜਾ ਹਵਾਲਾ ਦਿੱਤਾ ਕਿ ਦੇਖੋ ਜੀ ਸਾਡੀ ਡਾਕੂਮੈਂਟਰੀ ਜਿਹੜੀ ਆਈ ਹੈ ਉਹਦੇ ਵਿੱਚ ਇੱਕ ਪਾਸੜ ਹੈ ਜੀ, ਇਹ ਬੀਬੀਸੀ ਦਾ ਲੈਵਲ ਨੀਗਾ ਜੀ, ਇਹਨਾਂ ਨੇ ਇਹਦੇ ਵਿੱਚ ਜੀ ਮਤਲਬ ਪੱਖੇ ਨਹੀਂ ਲਿਆ ਜੀ ਦੂਜੀ ਧਿਰ ਦਾ, ਜਦੋਂ ਕਿ ਜਿਨ੍ਹਾਂ ਨੇ ਪੂਰੀ ਡਾਕੂਮੈਂਟਰੀ ਦੇਖੀ ਹੈ ਉਹਨਾਂ ਨੂੰ ਇਹਦੇ ਵਿੱਚ ਨਰਿੰਦਰ ਮੋਦੀ ਦੇ ਖਾਸ ਬੰਦਿਆਂ ਦੇ ਬਿਆਨ ਵੀ ਸੁਣਨ ਨੂੰ ਮਿਲਦੇ ਨੇ। ਹੋਰ ਛੱਡੋ, ਨਰਿੰਦਰ ਮੋਦੀ ਦੀ ਇੰਟਰਵਿਊ ਮਿਲ ਜਾਂਦੀ ਹੈ ਜੀ, ਤੇ ਫਿਰ ਹੋਰ ਕਿਹਦਾ ਪੱਖ ਲੈਣਾ ਸੀ ਬਈ, ਹੋਰ ਪੱਖ ਲੈਣਾ ਕੀ ਹੁੰਦਾ। ਪਰ ਇਹ ਉਹਨੂੰ ਰੋਕਦੇ ਨੇ, ਇਹ ਕਹਿੰਦੇ ਕਿ ਨਹੀਂ ਅਸੀਂ ਚੱਲਣ ਨਹੀਂ ਦਿਆਂਗੇ। ਅੱਜ ਜਿਸ ਟੈਕਨੋਲੋਜੀ ਦਾ ਦੌਰ ਹੈ, ਲੋਕਾਂ ਨੇ ਬਾਹਰਲੇ ਮੁਲਕਾਂ 'ਚ ਉਹਨੂੰ ਡਾਊਨਲੋਡ ਕੀਤਾ ਤੇ ਇੱਥੇ ਪਹੁੰਚ ਗਈ, ਤੇ ਯੂਨੀਵਰਸਿਟੀ ਆਫ ਕਾਲਜ ਜਦੋਂ ਵਿਦਿਆਰਥੀਆਂ ਨੂੰ ਦਿਖਾਇਆ ਤਾਂ ਉੱਥੇ ਹੰਗਾਮਾ ਵੀ ਕੀਤਾ ਇਹਨਾਂ ਦੇ ਵਰਕਰਾਂ ਨੇ, ਇਹਨਾਂ ਦੇ ਨੁਮਾਇੰਦਿਆਂ ਨੇ। ਉਹ ਟਕਰਾਵ ਇੱਥੇ ਤੱਕ ਆ ਗਿਆ ਕਿ ਸਰਕਾਰ ਨੂੰ ਲੱਗਿਆ ਕਿ ਹੁਣ ਇਹਨਾਂ ਨੂੰ ਰੋਕਣ ਦਾ ਇੱਕੋ ਤਰੀਕਾ ਹੈ ਕਿ ਆਪਣੇ ਉਹੀ ਮੁੜ ਘਿੜ ਕੇ ਘਟੀਆ ਹਥਿਆਰ ਏਜੰਸੀਆਂ ਵਾਲੇ ਉਹ ਵਰਤੋਂ, ਤੇ ਫਿਰ ਇਹ IT ਦੀ ਰੇਡ ਤੇ ਆਏ। ਸੋ IT ਦੀ ਰੇਡ ਕੱਲ 2 ਥਾਵਾਂ ਤੇ ਸੀ, ਸਵੇਰੇ 11 ਵਜੇ ਟੀਮਾਂ ਦੋਏ ਥਾਵਾਂ ਤੇ ਇੱਕੋ ਸਮੇਂ ਪਹੁੰਚਦੀਆਂ, ਮੁੰਬਈ ਦੇ ਦਫ਼ਤਰ 'ਚ ਵੀ ਔਰ ਦਿੱਲੀ ਦੇ ਦਫ਼ਤਰ 'ਚ ਵੀ। ਔਰ ਦਿੱਲੀ ਦਫ਼ਤਰ ਦੇ ਵਿੱਚ ਛਾਪੇਮਾਰੀ ਦੇ ਦੌਰਾਨ ਜਾਂ ਛਾਪੇਮਾਰੀ ਤੋਂ ਬਾਅਦ ਜਦੋਂ ਸ਼ਾਮ ਨੂੰ 5 ਵਜੇ ਤੋਂ ਬਾਅਦ ਮੋਬਾਈਲ ਸਟਾਫ ਨੂੰ ਵਾਪਸ ਦੇ ਦਿੱਤੇ ਜਾਂਦੇ ਨੇ, ਤਦ ਮੇਰੀ ਉੱਥੇ ਸਾਥੀਆਂ ਨਾਲ ਗੱਲ ਵੀ ਹੁੰਦੀ ਹੈ। ਤੇ ਉਸ ਗੱਲਬਾਤ 'ਚੋਂ ਇਹ ਗੱਲ ਨਿਕਲ ਕੇ ਆਉਂਦੀ ਹੈ ਕਿ ਆ ਕੇ ਉਹਨਾਂ ਨੇ ਸਾਰਿਆਂ ਦੇ ਮੋਬਾਈਲ ਲੈ ਲਏ, ਸਾਰਿਆਂ ਨੂੰ ਕੰਪਿਊਟਰ ਤੋਂ ਪਰੇ ਕਰਤਾ ਤੇ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਲੈ ਗਏ। ਉਸ ਕਮਰੇ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਮੀਟਿੰਗ ਰੂਮ 'ਚ ਬੈਠੋ, ਅਸੀਂ ਸਾਰਾ ਡਾਟਾ ਰਿਕਵਰ ਕਰਨਾ, ਮੋਬਾਈਲਾਂ ਦਾ ਡਾਟਾ, ਕੰਪਿਊਟਰਾਂ ਦਾ ਡਾਟਾ, ਖਾਸ ਕਰਕੇ ਜਿਹੜਾ HR ਵਿਭਾਗ ਹੈ, ਇਨਕਮ ਵਾਲਾ ਵਿਭਾਗ ਹੈ, ਸਾਰਾ ਲੈਣ ਦੇਣ ਵਾਲਾ ਵਿਭਾਗ ਹੈ, ਉਹਨਾਂ ਵਿਭਾਗਾਂ ਤਾਂ ਕੱਲੇ ਮੁਲਾਜ਼ਮ ਦੇ ਮੋਬਾਈਲ ਦਾ ਡਾਟਾ ਵੀ ਇਕੱਠਾ ਕਰਕੇ ਲੈ ਗਏ। ਸੋ ਇਹ ਉਸ ਸਮੇਂ ਵੀ ਸ਼ਾਮ ਨੂੰ 5 ਵਜੇ ਤੋਂ ਬਾਅਦ ਜਦੋਂ ਸਟਾਫ ਨੂੰ ਫੋਨ ਦਿੱਤੇ ਗਏ ਜਾਂ ਜਿੱਥੇ ਆਪਰੇਸ਼ਨਲ ਕੰਮ ਹੁੰਦਾ ਖਬਰਾਂ ਦਾ, ਸਿਰਫ ਉਹ ਨਿਊਜ਼ ਰੂਮ ਖੋਲਿਆ ਗਿਆ, ਤਦ ਉਸ ਸਮੇਂ ਵੀ ਰੇਡ ਜਾਰੀ ਸੀ, ਉਸ ਸਮੇਂ ਵੀ ਛਾਣਬੀਨ ਜਾਰੀ ਸੀ। ਸੋ ਦੇਰ ਰਾਤ ਤੱਕ ਮੁੰਬਈ ਤੇ ਦਿੱਲੀ ਦੇ ਦਫ਼ਤਰਾਂ ਛਾਪੇਮਾਰੀ। ਤੇ ਇਹ ਤੋਂ ਬਾਅਦ ਹੁਣ ਦੁਨੀਆ ਭਰ ਦਾ ਜਿਹੜੀਆਂ ਮੀਡੀਆ ਦੀਆਂ ਸੰਸਥਾਵਾਂ ਨੇ,
ਜਿੰਨੀਆਂ ਲੋਕ ਪੱਖੀ ਸੰਸਥਾਵਾਂ ਨੇ ਉਹਨਾਂ ਸਾਰਿਆਂ ਵੱਲੋਂ ਵੀ ਸੁਨੇਹੇ ਸ਼ੁਰੂ ਹੋ ਗਏ ਕਿ ਇਹ ਗਲਤ ਹੋਇਆ। ਪਰ ਭਾਜਪਾ ਇਹਨੂੰ ਕੀ ਕਹਿੰਦੀ ਹੈ ਜੀ, BBC ਦੀ ਫੁੱਲ ਫਾਰਮ ਗਣਾਉਂਦੇ ਨੇ ਕਿ ਭ੍ਰਸ਼ਟ ਬਕਵਾਸ ਕਾਰਪੋਰੇਸ਼ਨ, ਹੈ ਨਾ। ਫਿਰ ਉਹ ਕਹਿੰਦੇ ਜੀ ਇਹ ਤਾਂ 52 ਸਾਲ ਪਹਿਲਾਂ ਇੱਕ ਵਾਰ ਇੰਦਰਾ ਗਾਂਧੀ ਨੇ ਵੀ ਕੀਤਾ ਸੀ ਜੀ, ਇੰਦਰਾ ਗਾਂਧੀ ਨੇ BBC ਦੀ ਇੱਕ ਡਾਕੂਮੈਂਟਰੀ ਤੇ ਰੋਕ ਲਈ ਸੀ। ਇਹਦਾ ਮਤਲਬ ਤੁਸੀਂ ਇੰਦਰਾ ਗਾਂਧੀ ਨੂੰ ਫੋਲੋ ਕਰਨ ਲੱਗੇ ਹੁਣ ਤਾਂ। ਜੀ ਜੀ, ਇਹਦਾ ਮਤਲਬ ਤੁਸੀਂ ਮਾਨਤਾ ਦੇ ਰਹੇ ਹੋ ਇੰਦਰਾ ਗਾਂਧੀ ਨੂੰ ਕਿ ਇੰਦਰਾ ਗਾਂਧੀ ਵੀ ਸਹੀ ਕਰਦੀ ਸੀ, ਫਿਰ ਇੰਦਰਾ ਗਾਂਧੀ ਦੀ ਐਮਰਜੈਂਸੀ ਵੀ ਸਹੀ ਸੀ, ਇਸ ਲਈ ਸਾਡੀ ਵੀ ਸਹੀ ਹੈ। ਸੋ ਕਮਾਲ ਦੇਖੋ ਤੁਸੀਂ ਕਿ ਜਿਹੜੇ ਕਹਿੰਦੇ ਰਹੇ ਕਿ 70 ਸਾਲਾਂ ਵਾਲਿਆਂ ਨੇ ਕੁਝ ਨਹੀਂ ਕੀਤਾ, ਅੱਜ ਉਹਨਾਂ ਦੀਆਂ ਉਦਾਹਰਨਾਂ ਦੇਣ ਲੱਗੇ। ਹਾਂਜੀ ਬਿਲਕੁਲ। ਸੋ ਇੱਥੋਂ ਇਹਨਾਂ ਦੀ ਮਾਨਸਿਕਤਾ ਸਮਝ ਆਉਂਦੀ ਹੈ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ। ਸੋ ਅੱਜ ਮੈਨੂੰ ਲੱਗਦਾ ਕਿ ਇਹ ਸਰਵੇ ਕਹਿ ਲਓ, ਇਹਨੂੰ ਛਾਪੇਮਾਰੀ ਕਹਿ ਲਓ, ਪਰ ਸਰਕਾਰ ਹੁਣ ਪਰਦੇ ਓਲਿਓਂ ਬਾਹਰ ਆ ਚੁੱਕੀ ਹੈ। ਹੁਣ ਇਹਨੂੰ ਕੁਝ ਲੁਕਾਉਣ ਨਹੀਂ, ਔਰ ਇਹ ਸਾਰਾ ਕੁਝ ਘਟਨਾਕ੍ਰਮ ਦੀ ਸਮਾਂ ਜਿਹੜਾ ਡਾਕੂਮੈਂਟਰੀ ਵਾਲੇ ਨੂੰ ਤਾਂ ਬਹੁਤ ਦਿਨ ਹੋ ਗਏ ਪ੍ਰਵੀਨ ਜੀ। ਤੇ ਤੁਸੀਂ ਅਮਿਤ ਸ਼ਾਹ ਦੇ ਬਿਆਨ ਦੀ ਗੱਲ ਕਰਦੇ ਹੋ, ਅਮਿਤ ਸ਼ਾਹ ਦੇ ਬਿਆਨ ਦੇ ਹਵਾਲੇ ਨਾਲ ਵੀ ਜ਼ਿਕਰ ਹੈ। ਮੈਨੂੰ ਇਹਦੇ ਨਾਲ ਇੱਕ ਅਡਾਨੀ ਵਾਲਾ ਪਹਿਲੂ ਵੀ ਲੱਗਦਾ ਜੀ ਜੀ। ਜਿਸ ਕਦਰ ਸਰਕਾਰ ਅਡਾਨੀ ਵਾਲੇ ਮਾਮਲੇ 'ਚ ਘਿਰ ਚੁੱਕੀ ਆ, ਉਹ ਸੰਸਦ 'ਚ ਬਹਿਸ ਕਰਾਉਣੋਂ ਭੱਜਦੀ ਹੈ। ਬਹਿਸ ਤਾਂ ਬਹਿਸ, ਵਿਰੋਧੀ ਧਿਰ ਵੱਲੋਂ ਜੇ ਅਡਾਨੀ ਸ਼ਬਦ ਵੀ ਵਰਤਿਆ ਜਾਂਦਾ, ਕਹਿੰਦੇ ਇਹ ਵੀ ਕਾਰਵਾਈ 'ਚ ਨਹੀਂ ਲਿਖਣਾ ਜੀ ਕਿ ਕੱਲ ਨੂੰ ਰਿਕਾਰਡ 'ਚ ਨਾ ਰਹੇ ਕਦੇ ਕਿ ਸੰਸਦ 'ਚ ਅਡਾਨੀ ਦਾ ਨਾਮ ਵੀ ਬੋਲਿਆ ਗਿਆ ਸੀ, ਉਹ 'ਚੋਂ ਵੀ ਹਟਾ ਦਿਓ। ਸੋ ਉਸ ਤੋਂ ਭੈਭੀਤ ਸਰਕਾਰ ਮੈਨੂੰ ਲੱਗਦਾ ਲੋਕਾਂ ਦਾ ਧਿਆਨ ਵਟਾਉਣ ਲਈ ਇਸ ਹਰਕਤ ਤੇ ਆਈ, ਤੇ ਉਹਨਾਂ ਨੂੰ ਇਹ ਸਮਝ ਨਹੀਂ ਆਈ ਕਿ ਉਹਦੇ ਨਾਲੋਂ ਬੜਾ ਮੁੱਦਾ ਸੀ ਗੱਲ ਪਾ ਰਹੇ। ਸੋ ਮੈਨੂੰ ਲੱਗਦਾ ਕਿ ਸਰਕਾਰ ਅਡਾਨੀ ਤਾਂ ਅਡਾਨੀ BBC ਵਾਲੇ ਮਾਮਲੇ 'ਚ ਬੁਰੀ ਤਰ੍ਹਾਂ ਘਿਰੀ ਆ, ਔਰ ਇਹ ਕਿਰਕਰੀ ਆ ਇਹ ਸਰਕਾਰ ਦੀ ਹੋਣੀ, ਮੁਲਕਾਂ ਦੇ ਵਿੱਚ ਭਾਰਤ ਦੀ। ਅਗਲੇ ਤਾਂ ਇਹੀ ਕਹਿਣਗੇ ਭਾਰਤ ਸਰਕਾਰ ਨੇ ਐਸੇ ਕੀਤਾ। ਸੋ ਉਹਦੇ ਨਾਲ ਭਾਰਤ ਦੀ ਕਿਰਕਰੀ ਕਰਾਈ ਆ। ਇਹ ਬਹੁਤ ਹਲਕਾ ਪੱਧਰ ਹੈ। ਸੋ ਇਹਦੇ ਨਾਲ ਸਾਰੇ ਮੀਡੀਆ ਅਦਾਰੇ ਮੈਨੂੰ ਲੱਗਦਾ ਹੁਣ ਚੌਕਸ ਵੀ ਹੋ ਗਏ ਨੇ। ਖਾਸ ਕਰਕੇ ਇਹ ਇੱਕ ਤਰੀਕੇ ਨਾਲ ਡਰਾਉਣ ਦੀ ਕੋਸ਼ਿਸ਼ ਆ ਸਾਡੇ ਖੇਤਰੀ ਮੀਡੀਆ ਨੂੰ, ਸਾਡੇ ਸੋਸ਼ਲ ਮੀਡੀਆ ਨੂੰ, ਛੋਟੀਆਂ ਅਖਬਾਰਾਂ ਨੂੰ, ਜਿਹੜੀਆਂ ਆਰਥਿਕ ਤੌਰ ਤੇ ਛੋਟੀਆਂ ਨੇ। ਲਿਖਤ ਦੇ ਤੌਰ ਤੇ ਕੋਈ ਛੋਟਾ ਨਹੀਂ ਹੁੰਦਾ, ਕਲਮ ਦੇ ਤੌਰ ਤੇ ਕੋਈ ਛੋਟਾ ਨਹੀਂ ਹੁੰਦਾ। ਸੋ ਆਰਥਿਕ ਤੌਰ ਤੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਹੈ ਜੀ ਅਸੀਂ BBC ਨੂੰ ਹੱਥ ਪਾ ਸਕਦੇ ਹਾਂ, ਤੁਸੀਂ ਵੀ ਤਿਆਰ ਹੋ, ਸਾਡੇ ਹੱਕ 'ਚ ਭੁਗਤੋ। ਸੋ ਇੱਥੇ ਤਾਂ ਮੁੱਖ ਮੰਤਰੀ ਸਰਕਾਰਾਂ ਦੇ ਕੇਂਦਰ ਦੇ ਹੱਕ 'ਚ ਭੁਗਤੀ ਜਾਂਦੇ ਨੇ, ਵਿਚਾਰੀਆਂ ਅਖਬਾਰਾਂ, TV ਚੈਨਲਾਂ ਦੀ ਕੀ ਹਿੰਮਤ ਹੈ ਫਿਰ। ਜੀ ਬਿਲਕੁਲ ਬਿਲਕੁਲ।